ਅੱਜ ਅਸੀਂ ਆਪਣੀ ਸਿਲੇਬਸ ਦੀ ਚੌਥੀ ਪੋਇਮ ਵਨਸ ਅਪੋਨ ਅ ਟਾਈਮ ਦੇ ਕੰਪਰੀਹੈਂਸ਼ਨ ਦੇ ਕੁਐਸਚਨ ਆਨਸਰਸ ਕਰਾਂਗੇ। ਇਸ ਦਾ ਪਹਿਲਾ ਜਿਹੜਾ ਕੁਐਸਚਨ ਹੈ ਉਹ ਸੈਂਟਰਲ ਆਈਡੀਆ ਆਫ ਦਾ ਪੋਇਮ ਹੈ। ਇਹ ਮੈਂ ਤੁਹਾਨੂੰ ਪੀਡੀਐਫ ਫਾਈਲ ਬਣਾ ਕੇ ਆਲਰੇਡੀ ਭੇਜ ਚੁੱਕਿਆ ਹਾਂ। ਤੁਸੀਂ ਉਸ ਨੂੰ ਸਮਝ ਸਕਦੇ ਹੋ। ਅਸੀਂ ਅੱਜ ਡਾਇਰੈਕਟ ਜਿਹੜੇ ਇਸ ਦੇ ਕੰਪਰੀਹੈਂਸ਼ਨਸ ਨੇ ਉਹ ਕਵਰ ਕਰਾਂਗੇ। ਤਾਂ ਬੱਚਿਓ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਇਹ ਪੋਇਮ ਮੈਂ ਤੁਹਾਨੂੰ ਬਹੁਤ ਹੀ ਡਿਟੇਲ ਦੇ ਵਿੱਚ ਬੜੀ ਈਜ਼ੀ ਲੈਂਗੁਏਜ ਦੇ ਵਿੱਚ ਸਮਝਾਈ ਹੈ ਆਪਣੇ ਪਿਛਲੇ ਲੈਕਚਰ ਦੇ ਵਿੱਚ। ਤਾਂ ਤੁਸੀਂ ਜੇਕਰ ਇਹ ਲੈਕਚਰ ਮੇਰਾ ਮਿਸ ਕਰ ਦਿੱਤਾ ਹੈ ਤਾਂ ਤੁਸੀਂ ਉੱਪਰ ਦਿੱਤੇ ਹੋਏ ਵੀਡੀਓ ਲਿੰਕ 'ਤੇ ਜਾ ਕੇ ਤੁਸੀਂ ਇਹ ਸਾਰੀ ਪੋਇਮ ਨੂੰ ਪਹਿਲਾਂ ਸਮਝੋ, ਉਸ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਵਾਪਸ ਇਸ ਲੈਕਚਰ 'ਤੇ ਆਓ ਤਾਂ ਕਿ ਤੁਹਾਨੂੰ ਪੂਰਾ ਫਾਇਦਾ ਹੋਵੇ ਇਹ ਕੁਐਸਚਨ ਆਨਸਰਸ ਨੂੰ ਸਮਝਣ ਦਾ। ਅਦਰਵਾਈਜ਼ ਬਹੁਤ ਹੀ ਮੁਸ਼ਕਿਲ ਹੈ ਕਿ ਪੋਇਮ ਜੇ ਤੁਹਾਨੂੰ ਸਮਝ ਨਹੀਂ ਆਈ ਜਾਂ ਤੁਸੀਂ ਪਹਿਲਾਂ ਵਾਲਾ ਲੈਕਚਰ ਮੇਰਾ ਨਹੀਂ ਸੁਣਿਆ ਤਾਂ ਫਿਰ ਤੁਹਾਨੂੰ ਇਹ ਕੁਐਸਚਨਸ ਕਰਨੇ ਪ੍ਰੋਬਲਮ ਆਏਗੀ। ਪਰ ਜਿਹੜੇ ਬੱਚਿਆਂ ਨੇ ਮੇਰਾ ਵੀਡੀਓ ਅਟੈਂਡ ਕੀਤਾ ਹੈ ਲਾਸਟ ਵਾਲਾ, ਉਹ ਤੁਸੀਂ ਜੇਕਰ ਅਟੈਂਡ ਕੀਤੀ ਹੈ ਤਾਂ ਤੁਸੀਂ ਇਸ ਨੂੰ ਕੰਟੀਨਿਊ ਕਰ ਸਕਦੇ ਹੋ। ਤਾਂ ਇਹ ਜਿਹੜਾ ਸਟੈਂਜ਼ਾ ਹੈ ਬੱਚਿਓ ਇਹ ਤੁਹਾਡੀ ਪੋਇਮ ਦੇ ਵਿੱਚੋਂ ਹੀ ਲਿਆ ਗਿਆ। ਮੈਂ ਇੱਕ ਵਾਰੀ ਪੜ੍ਹ ਦਿੰਦਾ ਇਹਨੂੰ ਕਿ ਐਂਡ ਆਈ ਹੈਵ ਲਰਨ to laugh with only my teeth and shake hands without my heart. I have also learned to say goodbye when I mean good riddance, to say glad to meet you without being glad, and to say it's been nice talking to you after being bored. ਤਾਂ ਬੱਚਿਓ ਇਹ ਸਾਰੀ ਪੋਇਮ ਅਸੀਂ ਜਦੋਂ ਪੜ੍ਹੀ ਸੀ ਤਾਂ ਇਸ ਪੈਰੇ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਫਾਦਰ ਹੈ ਜੋ ਆਪਣੇ ਸਨ ਦੇ ਨਾਲ ਗੱਲ ਕਰ ਰਿਹਾ ਉਹ ਕਿੰਨਾ ਜ਼ਿਆਦਾ ਦੁਖੀ ਹੈ ਮਾਡਰਨ ਜੋ ਕਲਚਰ ਉਸ ਦੇ ਦੇਸ਼ ਦੇ ਵਿੱਚ ਆ ਚੁੱਕਿਆ ਹੈ, ਵੈਸਟਰਨ ਕਲਚਰ, ਕਿ ਉਸਨੇ ਉਸ ਨੂੰ ਕਿੰਨਾ ਬਣਾਉਟੀ ਬਣਾ ਦਿੱਤਾ ਹੈ, ਕਿੰਨਾ ਆਰਟੀਫਿਸ਼ੀਅਲ ਬਣਾ ਦਿੱਤਾ ਹੈ। ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਅਸੀਂ ਡਾਇਰੈਕਟ ਕੁਐਸਚਨ 'ਤੇ ਆਉਂਦੇ ਹਾਂ। ਤਾਂ ਪਹਿਲਾ ਕੁਐਸਚਨ ਹੈ ਜੀ ਕਿ ਹੂ ਇਜ਼ ਦਾ ਸਪੀਕਰ ਇਨ ਦਾ ਪੋਇਮ। ਤਾਂ ਬੱਚੋ ਇਸ ਕੁਐਸਚਨ ਨੂੰ ਦੇਖਣ 'ਤੇ ਬੜਾ ਸੌਖਾ ਜਿਹਾ ਲੱਗਦਾ ਹੈ ਕਿ ਇਹਦਾ ਆਨਸਰ ਬੜਾ ਸੌਖਾ ਹੈ, ਲੇਕਿਨ ਥੋੜ੍ਹਾ ਜਿਹਾ ਟ੍ਰਿਕੀ ਹੈ ਕਿਉਂਕਿ ਇੱਥੇ ਬੱਚਿਓ ਤੁਹਾਨੂੰ ਹੂ ਇਜ਼ ਦਾ ਪੋਇਟ ਨਹੀਂ ਪੁੱਛਿਆ ਗਿਆ, ਹੂ ਇਜ਼ ਦਾ ਸਪੀਕਰ ਪੁੱਛਿਆ ਗਿਆ। ਅਤੇ ਮੈਂ ਤੁਹਾਨੂੰ ਜਦੋਂ ਪੋਇਮ ਸ਼ੁਰੂ ਕਰਵਾਈ ਸੀ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਇੱਕ ਡਰਾਮੈਟਿਕ ਮੋਨੋਲੋਗ ਹੈ ਜਿਸ ਦੇ ਵਿੱਚ ਫਾਦਰ ਆਪਣੇ ਬੇਟੇ ਨਾਲ ਗੱਲ ਕਰ ਰਿਹਾ ਹੈ। ਸਾਰੀਆਂ ਗੱਲਾਂ ਫਾਦਰ ਵੱਲੋਂ ਕੀਤੀਆਂ ਜਾਂਦੀਆਂ ਨੇ, ਬੇਟਾ ਸਿਰਫ ਸੁਣ ਰਿਹਾ ਹੈ, ਉਸ 'ਤੇ ਕੋਈ ਰਿਸਪੌਂਡ ਨਹੀਂ ਕਰ ਰਿਹਾ ਉਹਨਾਂ ਗੱਲਾਂ 'ਤੇ। ਤਾਂ ਬੱਚਿਓ ਇਸਦਾ ਐਕਚੁਅਲ ਸਪੀਕਰ ਕੌਣ ਹੋਇਆ? ਤਾਂ ਫਾਦਰ ਹੋਇਆ। ਤਾਂ ਅਸੀਂ ਇਹਦੇ ਆਨਸਰ ਦੇ ਵਿੱਚ ਫਾਦਰ ਲਿਖਾਂਗੇ। ਹੁਣ ਕਈ ਮੈਂ ਥਾਵਾਂ 'ਤੇ ਲਿਖਿਆ ਦੇਖਿਆ ਕਿ ਗੈਬਰੀਅਲ ਓਕਾਰਾ ਲਿਖਿਆ ਹੋਇਆ ਹੈ। ਨੋ ਡਾਊਟ ਗੈਬਰੀਅਲ ਓਕਾਰਾ ਹੀ ਫਾਦਰ ਹੈ। ਤਾਂ ਇਕੱਲਾ ਗੈਬਰੀਅਲ ਓਕਾਰਾ ਲਿਖਣ ਦੀ ਬਜਾਏ ਤੁਸੀਂ ਫਾਦਰ ਪਾ ਕੇ ਬ੍ਰੈਕਟ ਦੇ ਵਿੱਚ ਗੈਬਰੀਅਲ ਓਕਾਰਾ ਪਾ ਸਕਦੇ ਹੋ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਰਹੇ। ਤੁਹਾਨੂੰ ਫਾਦਰ ਪਾਉਣਾ ਜ਼ਰੂਰੀ ਹੈ ਕਿਉਂਕਿ ਇਸ ਪੋਇਮ ਦੇ ਵਿੱਚ ਫਾਦਰ ਆਪਣੇ ਸਨ ਦੇ ਨਾਲ ਗੱਲ ਕਰ ਰਿਹਾ, ਉਹੀ ਸਪੀਕਰ ਹੈ। ਤਾਂ ਬੱਚਿਓ ਇਸਦਾ ਐਕਚੁਅਲ ਆਨਸਰ ਫਾਦਰ ਹੈ। ਬ੍ਰੈਕਟ ਦੇ ਵਿੱਚ ਡਿਜ਼ਾਇਰੇਬਲ ਹੈ ਕਿ ਤੁਸੀਂ ਗੈਬਰੀਅਲ ਓਕਾਰਾ ਪਾ ਸਕਦੇ ਹੋ ਕਿਉਂਕਿ ਫਾਦਰ ਇੱਥੇ ਗੈਬਰੀਅਲ ਓਕਾਰਾ ਹੀ ਹੈ। ਤਾਂ ਇਹ ਪਹਿਲੇ ਦਾ ਆਨਸਰ ਆ ਗਿਆ। ਸੈਕਿੰਡ ਕੁਐਸਚਨ ਹੈ ਜੀ ਕਿ ਵਟ ਹੈਜ਼ ਦਾ ਪੋਇਟ ਲਰਨਡ ਟੂ ਡੂ ਵਿਦ ਹਿਜ਼ ਫੀਲਿੰਗਸ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਕਵੀ ਹੈ ਉਸ ਨੇ ਕੀ ਸਿੱਖ ਲਿਆ ਹੈ ਕਿ ਜਿਹੜੀਆਂ ਉਸ ਦੀਆਂ ਫੀਲਿੰਗਸ ਆਉਂਦੀਆਂ ਨੇ ਉਹਨਾਂ ਨਾਲ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰੇ, ਜੋ ਉਸਦੀਆਂ ਫੀਲਿੰਗਸ ਨੇ ਉਸ ਨੂੰ ਕਿਸ ਤਰ੍ਹਾਂ ਐਕਸਪ੍ਰੈਸ ਕਰੇ। ਉਹ ਟੂ ਡੂ ਵਿਦ ਹਿਜ਼ ਫੀਲਿੰਗਸ, ਆਪਣੇ ਜੋ ਮਨੋਭਾਵ ਆਉਂਦੇ ਆ ਉਸਦੇ, ਜਦੋਂ ਕਿਸੇ ਨਾਲ ਬੈਠਦਾ ਉੱਠਦਾ ਜਾਂ ਗੱਲ ਕਰਦਾ ਤਾਂ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰੇ, ਇਹ ਪੁੱਛਿਆ ਗਿਆ ਕਿ ਉਹ ਕੀ ਸਿੱਖਿਆ ਉਸਨੇ। ਤਾਂ ਬੱਚਿਓ ਇਹ ਸਾਰੀ ਪੋਇਮ ਅਸੀਂ ਪੜ੍ਹੀ ਹੈ ਤਾਂ ਉਸ ਦੇ ਵਿੱਚ ਪਹਿਲੀਆਂ 2 ਲਾਈਨਾਂ ਦੇ ਵਿੱਚ 3 ਲਾਈਨਾਂ ਦੇ ਵਿੱਚ ਹੀ ਕਲੀਅਰ ਹੈ, ਆਈ ਹੈਵ ਲਰਨ ਟੂ ਲਾਫ ਵਿਦ ਓਨਲੀ ਮਾਈ ਟੀਥ, ਕਿ ਮੈਂ ਸਿਰਫ ਆਪਣੇ ਦੰਦਾਂ ਨਾਲ ਹੱਸਣਾ ਹੈ। ਦੰਦਾਂ ਨਾਲ ਹੱਸਣ ਦਾ ਮਤਲਬ ਹੈ ਕਿ ਉਹ ਅੰਦਰੋਂ ਖੁਸ਼ ਹੋ ਕੇ ਨਹੀਂ ਹੱਸ ਰਿਹਾ, ਅੰਦਰੋਂ ਖੁਸ਼ ਨਹੀਂ ਹੈ ਉਹ। ਆਪਣੇ ਠੀਕ ਹੈ ਹੱਸ ਰਿਹਾ, ਇੱਕ ਹਾਸੇ ਦੇ ਹਾਸੇ ਲਈ ਹੱਸ ਰਿਹਾ ਹੈ ਕਿਉਂਕਿ ਕੰਪਨੀ 'ਚ ਬੈਠਾ ਹੱਸ ਰਿਹਾ, ਅੰਦਰੋਂ ਖੁਸ਼ ਨਹੀਂ ਹੈ। ਐਂਡ ਸ਼ੇਕ ਹੈਂਡ ਵਿਦਆਊਟ ਮਾਈ ਹਾਰਟ, ਅਤੇ ਸਿਰਫ ਮੈਂ ਹੱਥ ਮਿਲਾਣੇ ਹੈ ਦਿਲੋਂ ਚਾਹੇ ਉਸ ਬੰਦੇ ਨਾਲ ਮੇਰੀ ਕੋਈ ਸੁਰਤੀ ਮਿਲਦੀ ਹੈ ਨਹੀਂ ਮਿਲਦੀ ਕੋਈ ਗੱਲ ਨਹੀਂ, ਲੇਕਿਨ ਬਸ ਹੱਥ ਮਿਲਾ ਲੈਣੇ ਕਿਉਂਕਿ ਇੱਕ ਤਕਾਜ਼ਾ ਹੈ ਜ਼ਮਾਨੇ ਦਾ, ਇੱਕ ਕਸਟਮ ਹੈ ਕਿ ਆਪਾਂ ਨੇ ਨਿਭਾਉਣੀ ਹੈ ਅਤੇ ਅਸੀਂ ਨਿਭਾ ਰਹੇ ਹਾਂ। ਤਾਂ ਅਸੀਂ ਇਹਦਾ ਆਨਸਰ ਬੜਾ ਸਿੰਪਲ ਜਿਹਾ ਲਿਖਾਂਗੇ ਕਿ he has learnt to hide his real feelings। ਤਾਂ ਬੱਚਿਓ
ਉਹ ਜਿਹੜੀਆਂ ਆਪਣੀਆਂ ਰੀਅਲ ਫੀਲਿੰਗਸ ਹੈ ਨਾ, ਜੋ ਉਸਦੇ ਅਸਲੀ ਮਨੋਭਾਵ ਨੇ, ਉਹਨਾਂ ਨੂੰ ਨਹੀਂ ਉਹ ਸ਼ੋ ਕਰਦਾ, ਉਹਨਾਂ ਨੂੰ ਉਹ ਛੁਪਾਉਂਦਾ ਹੈ। ਹਾਈਡ ਦਾ ਮਤਲਬ ਛੁਪਾਣਾ, ਤਾਂ ਇਹ ਸਿੱਖ ਗਿਆ ਉਹ। ਤਾਂ ਇਹਦਾ ਆਂਸਰ ਹੋ ਗਿਆ। ਥਰਡ ਕੁਐਸਚਨ ਹੈ ਕਿ ਵਟ ਇਜ਼ ਦਾ ਮੀਨਿੰਗ ਆਫ ਲਾਫਿੰਗ ਵਿਦ ਓਨਲੀ ਮਾਈ ਟੀਥ। ਇਸ ਸੈਕਿੰਡ ਲਾਈਨ ਦੇ ਵਿੱਚ ਆਇਆ ਹੈ ਟੂ ਲਾਫ ਵਿਦ ਓਨਲੀ ਮਾਈ ਟੀਥ, ਕਿ ਇਹਦਾ ਮਤਲਬ ਕੀ ਹੈ। ਤਾਂ ਬੱਚਿਓ, ਇਹ ਜਦੋਂ ਆਪਾਂ ਪੋਇਮ ਪੜ੍ਹੀ ਸੀ, ਸਾਨੂੰ ਪਤਾ ਹੈ ਕਿ ਹੁਣ ਕਿਤੇ ਬੈਠਾ ਹੈ ਆਪਣੇ ਫਰੈਂਡਸ ਦੇ ਵਿੱਚ, ਕੋਈ ਹਾਸੇ ਦੀ ਗੱਲ ਹੋ ਜਾਂਦੀ ਹੈ ਤਾਂ ਉਹ ਸਿਰਫ ਆਪਣੇ ਦੰਦਾਂ ਦੇ ਨਾਲ ਹੱਸ ਪੈਂਦਾ ਹੈ। ਇੱਥੇ ਦੰਦਾਂ ਦੇ ਨਾਲ ਹੱਸਣ ਦਾ ਮਤਲਬ ਸਿਰਫ ਇਹ ਹੈ ਕਿ ਉਹ ਅੰਦਰੋਂ ਨਹੀਂ ਖੁਸ਼ ਹੈ ਉਸ ਗੱਲ ਦੇ ਨਾਲ ਜਾਂ ਉਹਨਾਂ ਗੱਲਾਂ ਦੇ ਨਾਲ ਜੋ ਉੱਥੇ ਚੱਲ ਰਹੀਆਂ ਨੇ। ਬਟ ਠੀਕ ਹੈ, ਇੱਕ ਕਸਟਮ ਬਣਿਆ ਹੋਇਆ ਜ਼ਮਾਨੇ ਦਾ, ਇੱਕ ਦਸਤੂਰ ਬਣਿਆ ਹੋਇਆ, ਉਹਨੂੰ ਨਿਭਾ ਰਿਹਾ ਹੈ, ਜੋ ਇੱਕ ਮਾਡਰਨ ਕਲਚਰ ਨੇ ਉਹਨੂੰ ਸਿਖਾਇਆ ਹੈ, ਤਾਂ ਉਹ ਖੁਸ਼ ਨਹੀਂ ਹੈ। ਤਾਂ ਇਹਦਾ ਅਸੀਂ ਆਂਸਰ ਇਹ ਲਿਖਾਂਗੇ ਕਿ ਹੀ ਇਜ਼ ਲਾਫਿੰਗ। ਇੱਥੇ ਲਿਖ ਦੇਣਾ ਜੀ ਮੈਂ ਇਹਦਾ ਆਂਸਰ, ਹੀ ਇਜ਼ ਲਾਫਿੰਗ ਵਿਦਾਊਟ ਬੀਇੰਗ ਹੈਪੀ। ਕਿ ਬਿਨਾ ਖੁਸ਼ ਹੋਏ, ਵਿਦਾਊਟ ਬੀਇੰਗ ਹੈਪੀ ਦਾ ਮਤਲਬ ਬਿਨਾ ਖੁਸ਼ ਹੋਏ ਹੀ ਇਜ਼ ਲਾਫਿੰਗ, ਉਹ ਹੱਸ ਰਿਹਾ ਹੈ। ਸਿਰਫ ਇੱਕ ਆਪਣਾ ਪੂਰਾ ਕਰ ਰਿਹਾ ਹੈ, ਇੱਕ ਆਪਣਾ ਜੋ ਸਮਾਜ ਦਾ ਦਸਤੂਰ ਬਣਿਆ ਹੋਇਆ ਉਹਨੂੰ ਨਿਭਾ ਰਿਹਾ ਹੈ। ਠੀਕ ਹੈ, ਉਹ ਦੋਸਤਾਂ 'ਚ ਬੈਠਾ, ਮੈਂ ਹੱਸ ਰਿਹਾ, ਲੇਕਿਨ ਉਹ ਅੰਦਰੋਂ ਖੁਸ਼ ਨਹੀਂ ਹੈ। ਉਸਨੂੰ ਆ ਮਾਡਰਨ ਕਲਚਰ ਦੇ ਨਾਲ ਕੋਈ ਪਿਆਰ ਨਹੀਂ ਹੈ। ਉਹ ਹਜੇ ਵੀ ਆਪਣਾ ਜਿਹੜਾ ਨਾਈਜੀਰੀਅਨ ਕਲਚਰ, ਉਹਦਾ ਨੇਟਿਵ ਕਲਚਰ ਹੈ, ਉਹਨੂੰ ਮਿਸ ਕਰਦਾ। ਲਾਸਟ ਕੁਐਸਚਨ ਹੈ ਜੀ ਇਸੇ ਕੰਪਰੀਹੈਂਸ਼ਨ ਦਾ ਕਿ ਵਟ ਕਾਈਂਡ ਆਫ ਲਾਈਫ ਇਜ਼ ਦਾ ਪੋਇਟ ਲਿਵਿੰਗ। ਕਿੱਦਾਂ ਦੀ ਲਾਈਫ ਜੀ ਰਿਹਾ ਹੈ ਪੋਇਟ, ਕਵੀ ਕਿੱਦਾਂ ਦੀ ਲਾਈਫ ਜੀ ਰਿਹਾ। ਤਾਂ ਬੱਚਿਓ, ਅਸੀਂ ਦੇਖਿਆ ਹੈ ਕਿ ਉਹ ਬੇਸਿਕਲੀ ਜੋ ਉਸਦਾ ਦੇਸ਼ ਹੈ ਨਾਈਜੀਰੀਆ, ਉਸਦੀ ਇੱਕ ਆਪਣੀ ਨੇਟਿਵ ਕਲਚਰ ਹੁੰਦਾ ਸੀ ਕਿਸੇ ਟਾਈਮ ਪਰ। ਹੁਣ ਅੰਗਰੇਜ਼ਾਂ ਨੇ ਉਸ 'ਤੇ ਆ ਕੇ ਉਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਉੱਥੇ ਵੈਸਟਰਨ ਕਲਚਰ ਥੋਪਤਾ। ਤਾਂ ਜੋ ਉਹ ਆਪਣੇ ਪੁਰਾਣੇ ਕਲਚਰ 'ਚ ਸੀਗਾ, ਜਿਸ ਕਲਚਰ 'ਚੋਂ ਰਹਿ ਕੇ ਬੜਾ ਖੁਸ਼ ਸੀਗਾ, ਜਿਸ 'ਚ ਉਹ ਵਾਕਈ ਅਸਲੀ ਜੋ ਆਪਣੀਆਂ ਫੀਲਿੰਗਸ ਉਹ ਐਕਸਪ੍ਰੈਸ ਕਰਦਾ ਸੀ ਆਪਣੀਆਂ, ਹੁਣ ਉਹ ਕਲਚਰ ਬਿਲਕੁਲ ਖ਼ਤਮ ਹੋ ਗਿਆ, ਉਸਦਾ ਵੈਸਟਰਨ ਕਲਚਰ ਆ ਗਿਆ ਅਤੇ ਹੁਣ ਤਾਂ ਉਹ ਆਪਣੀ ਲਾਈਫ ਹੀ ਨਹੀਂ ਜੀ ਰਿਹਾ, ਉਹ ਤਾਂ ਇੱਕ ਬਣਾਉਟੀ ਲਾਈਫ ਜੀ ਰਿਹਾ। ਤਾਂ ਅਸੀਂ ਆਂਸਰ ਇਹ ਲਿਖਾਂਗੇ ਕਿ ਹੀ ਇਜ਼ ਲਿਵਿੰਗ, ਇੱਥੋਂ ਸ਼ੁਰੂ ਕਰ ਦੇਣਾ ਜੀ ਮੈਂ, ਹੀ ਇਜ਼ ਲਿਵਿੰਗ ਐਨ ਆਰਟੀਫਿਸ਼ੀਅਲ ਲਾਈਫ। ਤਾਂ ਉਹ ਇੱਕ ਬਣਾਉਟੀ ਜ਼ਿੰਦਗੀ ਜੀ ਰਿਹਾ ਹੈ। ਤਾਂ ਇਹਦਾ ਆਂਸਰ ਇਹ ਹੋਇਆ। ਤਾਂ ਬੱਚਿਓ, ਉਮੀਦ ਹੈ ਕਿ ਤੁਹਾਨੂੰ ਜਿਹੜਾ ਪਹਿਲਾ ਕੰਪਰੀਹੈਂਸ਼ਨ ਹੈ ਕਲੀਅਰ ਹੋ ਗਿਆ ਹੋਣਾ। ਹੁਣ ਅਸੀਂ ਸੈਕਿੰਡ ਕੰਪਰੀਹੈਂਸ਼ਨ ਨੂੰ ਸੋਲਵ ਕਰਦੇ ਹਾਂ। ਸੈਕਿੰਡ ਕੰਪਰੀਹੈਂਸ਼ਨ ਮੈਂ ਇੱਕ ਵਾਰੀ ਪੜ੍ਹ ਦੇਣਾ ਬੱਚਿਓ। ਬਟ ਬਿਲੀਵ ਮੀ ਸਨ, I want to be what I used to be. When I was like you, I want to unlearn all these muting things. Most of all, I want to relearn how to laugh, for my laugh in the mirror shows only my teeth like a snake's bare fangs. ਤਾਂ ਬੱਚਿਓ, ਇਹ ਸਾਰੀ ਪੋਇਮ ਆਪਾਂ ਪਿਛਲੇ ਲੈਕਚਰ 'ਚ ਕੀਤੀ ਹੈ, ਡਿਟੇਲ ਸਟੱਡੀ ਕੀਤੀ ਹੈ। ਮੈਂ ਇੱਕ ਵਾਰੀ ਫੇਰ ਅਪੀਲ ਕਰੂੰਗਾ ਬੱਚਿਆਂ ਨੂੰ ਵੀ, ਜਿਹੜੇ ਬੱਚਿਆਂ ਨੇ ਹਜੇ ਤੱਕ ਇਹ ਪੋਇਮ ਸਾਰੀ ਨਹੀਂ ਸੁਣੀ ਪਿਛਲੇ ਵੀਡੀਓ ਵਾਲੀ, ਤਾਂ ਉਹ ਪਿਛਲੇ ਵੀਡੀਓ 'ਤੇ ਜਾ ਕੇ ਇਹ ਪੋਇਮ ਨੂੰ ਜ਼ਰੂਰ ਸੁਣਨ, ਤਾਂ ਕਿ ਤੁਹਾਨੂੰ ਇਹ ਕੰਪਰੀਹੈਂਸ਼ਨ ਕਰਨ ਦੇ ਵਿੱਚ ਦਿੱਕਤ ਨਾ ਆਵੇ। ਤਾਂ ਫਸਟ ਕੁਐਸਚਨ ਹੈ ਜੀ, ਹੂਮ ਇਜ਼ ਦਾ ਪੋਇਟ ਟਾਕਿੰਗ ਟੂ। ਤਾਂ ਬੱਚਿਓ, ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਸਾਨੂੰ ਇਹ ਬਾਰ-ਬਾਰ ਇੱਕ ਵਰਡ ਪੂਰੀ ਪੋਇਮ ਦੇ ਵਿੱਚ ਲਿਖਿਆ ਮਿਲਦਾ ਹੈ, ਸਨ। ਤਾਂ ਨੈਚੁਰਲੀ ਉਹ ਆਪਣੇ ਸਨ ਨਾਲ ਗੱਲ ਕਰ ਰਿਹਾ ਹੈ। ਤਾਂ ਅਸੀਂ ਇੱਥੇ ਲਿਖਾਂਗੇ ਦਾ ਪੋਇਟ ਇਜ਼ ਟਾਕਿੰਗ ਟੂ ਹਿਜ਼ ਸਨ। ਸਿੰਪਲ ਜਿਹਾ ਆਂਸਰ ਹੈ ਜੀ, ਦਾ ਪੋਇਟ ਇਜ਼ ਟਾਕਿੰਗ ਟੂ ਹਿਜ਼ ਸਨ। ਆਪਣੇ ਬੱਚੇ ਨਾਲ ਗੱਲ ਕਰ ਰਿਹਾ, ਆਪਣੇ ਪੁੱਤਰ ਨਾਲ ਗੱਲ ਕਰ ਰਿਹਾ ਹੈ। ਸੈਕਿੰਡ ਕੁਐਸਚਨ ਹੈ ਜੀ, ਵਟ ਆਰ ਦਾ ਥਿੰਗਸ ਦਾ ਪੋਇਟ ਵਾਂਟਸ ਟੂ ਅਨਲਰਨ। ਤਾਂ ਬੱਚਿਓ, ਆਪਾਂ ਦੇਖਿਆ ਹੈ ਅਨਲਰਨ ਦਾ ਮਤਲਬ ਇੱਥੇ ਉਹ ਚੀਜ਼ਾਂ ਜੋ ਉਸਨੇ ਪਹਿਲਾਂ ਸਿੱਖ ਲਈਆਂ, ਹੁਣ ਉਹ ਉਹਨਾਂ ਨੂੰ ਭੁੱਲਣੀਆਂ ਚਾਹੁੰਦਾ। ਇੱਥੇ ਅਨਲਰਨ ਦਾ ਮਤਲਬ ਭੁੱਲਣਾ ਹੈ, ਕਿ ਪੋਇਟ ਉਹ ਕਿਹੜੀਆਂ ਚੀਜ਼ਾਂ ਹੈ ਜਿਸ ਨੂੰ ਉਹ ਭੁੱਲਣੀਆਂ ਚਾਹੁੰਦਾ ਹੈ ਜਾਂ ਜਿਸ ਨੂੰ ਯਾਦ ਨਹੀਂ ਰੱਖਣੀਆਂ ਚਾਹੁੰਦਾ। ਬਿਕੋਜ਼ ਮਾਡਰਨ ਕਲਚਰ ਨੇ, ਵੈਸਟਰਨ ਕਲਚਰ ਨੇ ਉਸਨੂੰ ਕਈ ਗਲਤ ਗੱਲਾਂ ਸਿਖਾਤੀਆਂ। ਤਾਂ ਇਸ ਪੈਰੇ ਦੇ ਵਿੱਚ ਬੱਚਿਓ ਉਹ ਇੱਕ ਲਾਈਨ ਦੇ ਵਿੱਚ ਆਉਂਦਾ ਹੈ, ਟੂ ਅਨਲਰਨ ਆਲ ਦੀਜ਼ ਮਿਊਟਿੰਗ ਥਿੰਗਸ। ਤਾਂ ਮੈਂ ਮਿਊਟਿੰਗ ਥਿੰਗਸ 'ਤੇ ਬੜਾ ਜ਼ੋਰ ਦੇ ਕੇ ਤੁਹਾਨੂੰ ਸਮਝਾਇਆ ਸੀ ਕਿ ਮਿਊਟਿੰਗ ਥਿੰਗਸ ਦਾ ਮਤਲਬ ਕੀ ਹੈ। ਤਾਂ ਮਿਊਟਿੰਗ ਥਿੰਗਸ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ, ਕਿਉਂਕਿ
ਮਿਊਟ ਸ਼ਬਦ ਤੁਹਾਨੂੰ ਪਤਾ ਉਹੀ ਟੀਵੀ ਵਾਲੇ ਰਿਮੋਟ ਤੋਂ ਲਿਆ ਗਿਆ, ਜਿਸ ਦਾ ਬਟਨ ਦੱਬ ਕੇ ਅਸੀਂ ਟੀਵੀ ਦੀ ਸਾਊਂਡ ਆਫ ਕਰ ਦਿੰਦੇ ਹਾਂ। ਪਰ ਇੱਥੇ ਮਿਊਟਿੰਗ ਥਿੰਗਸ ਦਾ ਮਤਲਬ ਸਾਇਲੈਂਸ ਤੋਂ ਹੈ। ਸਾਇਲੈਂਸ ਮਤਲਬ ਇਹ ਹੋ ਗਿਆ ਕਿ ਕਿਉਂਕਿ ਉਸਦਾ ਆਪਣਾ ਇੱਕ ਨੇਟਿਵ ਕਲਚਰ ਸੀਗਾ, ਅਫਰੀਕਨ ਕਲਚਰ ਸੀ, ਉਹ ਹੁਣ ਖਤਮ ਹੋ ਗਿਆ, ਉਹ ਹੁਣ ਰਿਹਾ ਹੀ ਨਹੀਂ ਬਾਕੀ। ਤਾਂ ਉਹ ਜਿਹੜਾ ਉਸਦਾ ਕਲਚਰ ਸੀ ਜਿਸ ਨਾਲ ਉਹ ਇੰਨਾ ਜੁੜਿਆ ਹੋਇਆ ਸੀ, ਉਹ ਕਿਹਨੇ ਖਤਮ ਕੀਤਾ? ਇਹ ਮਿਊਟਿੰਗ ਥਿੰਗਸ ਨੇ ਖਤਮ ਕੀਤਾ ਹੈ। ਤਾਂ ਮਿਊਟਿੰਗ ਥਿੰਗਸ ਦਾ ਮਤਲਬ ਇੱਥੇ ਹੈ ਹਿਪੋਕ੍ਰੀਸੀ ਤੋਂ। ਹਿਪੋਕ੍ਰੀਸੀ ਮੈਂ ਤੁਹਾਨੂੰ ਦੱਸਿਆ ਸੀ ਵਰਡ, ਜਦ ਅਸੀਂ ਹੁੰਨੇ ਕੁਛ ਹੋਰ ਹੈ ਤੇ ਸ਼ੋਅ ਕੁਛ ਹੋਰ ਕਰਦੇ ਹੈ, ਤੇ ਇਸੇ ਤਰ੍ਹਾਂ ਡਿਸੈਪਸ਼ਨ, ਧੋਖਾ ਦੇਣਾ। ਤਾਂ ਅਸੀਂ ਇਹਦਾ ਆਂਸਰ ਇਹ ਲਿਖਾਂਗੇ ਜੀ ਕਿ ਹੀ ਵਾਂਟਸ ਟੂ ਅਨਲਰਨ, ਇੱਥੇ ਲਿਖ ਦਿੰਦਾ ਜੀ ਮੈਂ, ਹੀ ਵਾਂਟਸ ਟੂ unlearn the muting things, the muting things। ਬਟ ਸਾਨੂੰ ਇਹ ਬੱਚਿਓ muting things ਦੱਸਣਾ ਪਏਗਾ ਕਿ ਅਸੀਂ muting things ਕਿਸ ਨੂੰ ਕਹਿ ਰਹੇ ਹਾਂ। muting things ਆਪਾਂ ਇੱਥੇ ਫਿਰ ਇਹਦੇ ਨਾਲ ਲਿਖਾਂਗੇ ਲਾਈਕ hypocrisy। ਹਿਪੋਕ੍ਰੀਸੀ ਦਾ ਮਤਲਬ ਬੱਚਿਓ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਜਦੋਂ ਅਸੀਂ ਕੁਝ ਹੋਰ ਹੀ ਬਣ ਜਾਂਦੇ ਹਾਂ, ਅੰਦਰੋਂ ਕੁਝ ਹੋਰ ਹੁੰਦੇ ਹਾਂ, ਬਾਹਰੋਂ ਕੁਝ ਹੋਰ ਹੁੰਦੇ ਹਾਂ। ਐਂਡ ਡਿਸੈਪਸ਼ਨ, ਡਿਸੈਪਸ਼ਨ ਦਾ ਮਤਲਬ ਧੋਖਾ ਦੇਣਾ। ਧੋਖਾ ਹੀ ਦਿੰਦੇ ਹਾਂ ਅਸੀਂ ਆਪਣੇ ਆਪ ਨੂੰ, ਆਪਣੇ ਨਾਲ ਦਿਆਂ ਨੂੰ, ਕਿਉਂਕਿ ਅਸੀਂ ਆਪਣੀਆਂ ਰੀਅਲ ਫੀਲਿੰਗਸ ਤਾਂ ਹਾਈਡ ਕਰੀ ਬੈਠੇ ਹਾਂ ਅੰਦਰ। ਤਾਂ ਇਹ ਡਿਸੈਪਸ਼ਨ ਹੋ ਗਿਆ। ਤਾਂ ਇਹ ਚੀਜ਼ਾਂ ਉਹ ਭੁੱਲਣੀਆਂ ਚਾਹੁੰਦਾ ਹੈ, ਹਿਪੋਕ੍ਰੀਸੀ ਐਂਡ ਡਿਸੈਪਸ਼ਨ। ਸੀ ਕੁਐਸਚਨ ਹੈ ਕਿ ਵਟ ਡਜ਼ ਦਾ ਪੋਇਟ ਕੰਪੇਅਰ ਹਿਜ਼ ਓਨ ਲਾਫ ਟੂ? ਆਪਣੇ ਲਾਫ ਨੂੰ, ਆਪਣੀ ਹਾਸੇ ਨੂੰ ਕਿਸ ਦੇ ਨਾਲ ਕੰਪੇਅਰ ਕਰਦਾ ਹੈ ਪੋਇਟ? ਤਾਂ ਬੱਚਿਓ ਇਹ ਲਾਸਟ ਵਾਲੀਆਂ ਲਾਈਨਾਂ 'ਚ ਨੇ ਇਸ ਸਟੈਂਜ਼ੇ ਦੀਆਂ ਕਿ ਫॉर ਮਾਈ ਲਾਫ ਇਨ ਦਾ ਮਿਰਰ, ਜਦੋਂ ਮੈਂ ਕਹਿੰਦੇ ਆਪਣੇ ਸ਼ੀਸ਼ੇ ਦੇ ਵਿੱਚ ਆਪਣਾ ਹਾਸਾ ਦੇਖਦਾ। ਹੁਣ ਇੱਥੇ ਸ਼ੀਸ਼ੇ ਦਾ ਮਤਲਬ ਇਹ ਨਹੀਂ ਹੈ ਕਿ ਉਹ ਜਾ ਕੇ ਖੜਾ ਹੋ ਜਾਂਦਾ ਸ਼ੀਸ਼ੇ ਦੇ ਅੱਗੇ। ਇੱਥੇ ਇੰਟਰੋਸਪੈਕਟ ਕਰਨ ਤੋਂ ਮਤਲਬ ਹੈ। ਇੰਟਰੋਸਪੈਕਟ ਦਾ ਮਤਲਬ ਹੁੰਦਾ ਹੈ ਕਿ ਜਦ ਆਪਾਂ ਸੋਚਦੇ ਹਾਂ ਆਪਣੇ ਬਾਰੇ, ਕੋਈ ਆਪਾਂ ਨੇ ਕੋਈ ਗੱਲ ਕਰਤੀ, ਗੱਲ ਕਰਨ ਤੋਂ ਬਾਅਦ ਫਿਰ ਕਈ ਵਾਰੀ ਆਪਣੇ ਮਨ 'ਚ ਹੁੰਦਾ ਕਿ ਆਪਾਂ ਇਹ ਗੱਲ ਕਿਉਂ ਕੀਤੀ ਹੈ ਨਾ, ਆਤਮ ਮੰਥਨ ਕਰਦੇ ਹਾਂ। ਇੱਥੇ ਮਿਰਰ ਦਾ ਮਤਲਬ ਇਹ ਹੈ। ਤਾਂ ਜਦੋਂ ਕਹਿੰਦਾ ਮੈਂ ਸੋਚਦਾ ਗਹਿਰਾਈ ਜਾ ਕੇ ਸੋਚਦਾ ਕਿ ਜਿਹੜਾ ਮੈਂ ਹਾਸਾ ਹੱਸ ਰਿਹਾ ਕਿਸ ਤਰ੍ਹਾਂ ਦਾ ਹੱਸ ਰਿਹਾ ਹੈ। ਇਹ ਹਾਸਾ ਤਾਂ ਬਿਲਕੁਲ ਉਵੇਂ ਹੈ ਜਿਵੇਂ ਲਾਈਕ ਆ ਸਨੇਕਸ ਬੈਰ ਫੈਂਗਸ, ਜਿਵੇਂ ਇੱਕ ਸੱਪ ਦੇ ਦੰਦ ਹੁੰਦੇ ਨੇ, ਬੜੇ ਜ਼ਹਿਰੀਲੇ ਦੰਦ ਹੁੰਦੇ ਨੇ, ਉੱਦਾਂ ਦਾ ਮੇਰਾ ਹਾਸਾ ਹੈ, ਕਿਉਂਕਿ ਮੇਰੇ ਅੰਦਰ ਵੀ ਜ਼ਹਿਰ ਭਰਿਆ ਹੋਇਆ ਹੈ। ਪਿਆਰ ਤਾਂ ਰਿਹਾ ਨਹੀਂ, ਜ਼ਹਿਰ ਹੀ ਭਰਿਆ ਹੋਇਆ ਨਾ। ਤਾਂ ਅਸੀਂ ਇਹ ਆਂਸਰ ਇਹਦਾ ਨੀਚੇ ਲਿਖ ਦਿੰਦੇ ਹਾਂ ਜੀ, ਸੀ ਦਾ ਆਂਸਰ ਮੈਂ ਸੀ ਵੀ ਪਾ ਦੇਣਾ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਏ। ਦਾ ਪੋਇਟ ਕੰਪੇਅਰਸ ਟੂ, the poet compares his own laugh to the fangs of a snake। ਤਾਂ ਤੁਸੀਂ ਇਹਦਾ ਆਂਸਰ ਇਹ ਲਿਖ ਸਕਦੇ ਹੋ ਜੀ ਕਿ ਉਹ ਸੱਪ ਦੇ ਜਿਹੜੇ ਫੈਂਗਸ ਨੇ, ਜੋ ਦੰਦ ਨੇ, ਜ਼ਹਿਰੀਲੇ ਦੰਦ ਨੇ, ਉਹਨਾਂ ਦੇ ਨਾਲ ਉਹ ਆਪਣੇ ਹਾਸੇ ਨੂੰ ਕੰਪੇਅਰ ਕਰਦਾ ਹੈ। ਤਾਂ ਬੱਚਿਓ ਡੀ ਕੁਐਸਚਨ ਹੈ ਕਿ ਰਾਈਟ ਦਾ ਸਿਗਨੀਫਿਕੈਂਸ ਆਫ ਦਾ ਟਾਈਟਲ ਵਨਸ ਅਪੋਨ ਅ ਟਾਈਮ। ਵਨਸ ਅਪੋਨ ਅ ਟਾਈਮ ਦਾ ਜਿਹੜਾ ਟਾਈਟਲ ਹੈ, ਇਸ ਦੀ ਸਾਨੇ ਸਿਗਨੀਫਿਕੈਂਸ ਦੱਸਣੀ ਹੈ ਵੀ ਕਿੰਨਾ ਕਿ ਇਹ ਜਾਇਜ਼ ਹੈ, ਕਿੰਨੀ ਕੁ ਸਹੀ ਹੈ। ਤਾਂ ਬਿਲਕੁਲ ਸਹੀ ਹੈ ਬੱਚਿਓ। ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਵਨਸ ਅਪੋਨ ਅ ਟਾਈਮ ਸ਼ੁਰੂ 'ਚ ਹੀ ਆ ਜਾਂਦਾ ਹੈ। ਬਿਲਕੁਲ ਪੋਇਮ ਦੀ ਪਹਿਲੀ ਲਾਈਨ 'ਚ ਵੀ ਆਉਂਦਾ ਅਤੇ ਲਾਸਟ ਲਾਈਨ 'ਚ ਵੀ ਆਉਂਦਾ ਹੈ। ਤੇ ਜਿਵੇਂ ਹੀ ਪੋਇਮ ਸਟਾਰਟ ਹੁੰਦੀ ਹੈ ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਫੈਰੀ ਟੇਲ ਹੋਵੇ, ਕੋਈ ਕਹਾਣੀ ਸੁਣਾਈ ਜਾ ਰਹੀ ਹੋਵੇ, ਤੇ ਕਹਾਣੀ ਦੀ ਸ਼ੇਪ 'ਚ ਨੈਰੇਟਿਵ ਟੈਕਨੀਕ ਦੇ ਵਿੱਚ ਪੋਇਟ ਸਾਰਾ ਆਪਣੇ ਸਾਨੂੰ ਸੁਣਾਉਂਦਾ ਹੈ। ਤਾਂ ਇਸ ਦਾ ਸਿਗਨੀਫਿਕੈਂਸ ਬੱਚਿਓ ਇਹੀ ਹੈ ਕਿਉਂਕਿ ਉਹ ਪੁਰਾਣੇ ਸਮੇਂ ਦੀ ਗੱਲ ਕਰ ਰਿਹਾ, ਨੋਸਟੈਲਜਿਕ ਟੋਨ ਦੇ ਵਿੱਚ ਗੱਲ ਕਰ ਰਿਹਾ, ਮੈਂ ਤੁਹਾਨੂੰ ਦੱਸਿਆ ਸੀਗਾ। ਤਾਂ ਇਹਦਾ ਆਂਸਰ ਮੈਂ ਉੱਪਰ ਲਿਖ ਦਿੰਦਾ ਜੀ, ਕਿਉਂਕਿ ਉਹ ਬਾਰ-ਬਾਰ ਜਿਹੜਾ ਹੈ ਇਹ ਬਾਰ-ਬਾਰ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦਾ। ਤਾਂ ਅਸੀਂ ਲਿਖਾਂਗੇ ਕਿ ਹੀ ਬ੍ਰਿੰਗਸ ਆਊਟ, he brings out the differences between the modern Western culture, modern Western culture and his native
नाइजीरियन कल्चर। ਤਾਂ ਬੱਚਿਓ ਇਸ ਤਰ੍ਹਾਂ ਅਸੀਂ ਇਹ ਸਾਰਾ ਕੰਪਰੀਹੈਂਸ਼ਨ ਸੋਲਵ ਕਰ ਲਿਆ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਏਗਾ। ਤਾਂ ਬੱਚਿਓ ਮੈਂ ਇੱਕ ਵਾਰੀ ਫੇਰ ਕਹਾਂਗਾ ਕਿ ਪੋਇਮ ਨੂੰ ਪੂਰੀ ਤਰ੍ਹਾਂ ਸਮਝਣ ਦੇ ਲਈ ਉਸਦੀ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਸਮਝਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਆਪਣੇ ਵੀਡੀਓ ਦੇ ਐਂਡ ਦੇ ਵਿੱਚ ਇਸ ਦਾ ਲਿੰਕ ਦੁਬਾਰਾ ਤੋਂ ਪ੍ਰੋਵਾਈਡ ਕਰ ਦੇਵਾਂਗਾ। ਤਾਂ ਜੇਕਰ ਤੁਸੀਂ ਇਹ ਮਿਸ ਕੀਤਾ ਹੈ ਸਾਰਾ ਪੋਇਮ, ਤਾਂ ਤੁਸੀਂ ਉਹ ਵੀਡੀਓ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਪੋਇਮ ਚੰਗੀ ਤਰ੍ਹਾਂ ਸਮਝ ਆ ਜਾਏ। ਫਿਰ ਤੁਸੀਂ ਇਹ ਦੋਨੇ ਐਕਸਰਸਾਈਜ਼ਿਜ਼ ਕਰ ਸਕਦੇ ਹੋ। ਤਾਂ ਤੁਸੀਂ ਇਹ ਸਾਰੀ ਜੋ ਵੀ ਕੁਐਸਚਨ ਆਨਸਰਸ ਨੇ ਆਪਣੀਆਂ ਫੇਅਰ ਨੋਟਬੁੱਕਸ 'ਤੇ ਉਤਾਰ ਲੈਣੀਆਂ ਨੇ ਅਤੇ ਉਤਾਰਨ ਤੋਂ ਬਾਅਦ ਮੈਨੂੰ ਉਸ ਦੀਆਂ ਪਿਕਸ ਜ਼ਰੂਰ ਭੇਜ ਦੇਣੀਆਂ ਨੇ। ਧੰਨਵਾਦ।